शुरू किया सी लैसन हैरोडोमर मॉडल। मेरे ख्याल नाल हैरोडोमर मॉडल नूं तुसी चंगी तरह पहले हिस्से तो समझ लिया होना। इंट्रोडक्शन बैकग्राउंड वगैरह सारा कुछ मैं करवाता सी। जे समझ नहीं लग्या तो वीडियो एक बारी फिर देख लियो, जे मैं उठाई नहीं है शायद एतवार तो बाद मैं वीडियो नूं उत्थों रिमूव करूँगा। अच्छा, अज तुहाडा हैगा सी हैरोड ग्रोथ मॉडल ने 3 इशू रेज़ कीते सी। देखो, सब तो पहला हैरोड ते डोमर दा बेसिक ਜਿਹੜਾ ਕਨਸੈਪਟ ਉਹ ਹੈਗਾ ਕੀ ਆ ਕਿ ਇਕੋਨੋਮੀ ਦੇ ਵਿੱਚ ਸਟੱਡੀ ਗਰੋਥ ਨੂੰ ਕਿੱਦਾਂ ਹਾਸਲ ਕਰਨਾ। ਮੈਂ ਤੁਹਾਨੂੰ ਉਦੋਂ ਵੀ ਇੱਕ ਗੱਲ ਕਹੀ ਸੀ ਕਿ ਜਿਹੜਾ ਬੈਕਗਰਾਊਂਡ ਆ ਹੈਰਡ ਤੇ ਡੋਮਰ ਮਾਡਲ ਦਾ, ਉਹ ਹੈਗਾ ਆ ਤੁਹਾਡਾ ਆਪਣਾ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਜਿਹੜਾ ਟਾਈਮ ਆਇਆ ਸੀ, ਉਹਦੇ ਵਿੱਚ ਕੇਨਜ਼ ਨੇ ਤੇ ਹੈਲਪ ਕੀਤੀ ਆ ਕਿ ਉਸ ਨੂੰ ਬਾਹਰ ਕੱਢਣ 'ਚ, ਕਿਉਂਕਿ ਕੇਨਜ਼ ਨੇ ਉਸ ਚੀਜ਼ ਨੂੰ ਸ਼ੋਅ ਕੀਤਾ ਕਿ ਕੀ ਉਹਨੂੰ ਕਿੱਦਾਂ ਬਾਹਰ ਕੱਢਣਾ। ਪਰ ਇਕੋਨੋਮੀ ਇੰਨੀ ਕੁ ਜ਼ਿਆਦਾ ਡਿਪਰੈਸ਼ਨ 'ਚ ਆ ਗਈ ਸੀ ਆਫਟਰ ਵਰਲਡ ਵਾਰ 2, ਉਹਨੂੰ ਉੱਪਰ ਚੁੱਕਣ ਦੇ ਲਈ ਕਈ ਤਰ੍ਹਾਂ ਦੇ ਕੰਮ ਕੀਤੇ ਗਏ। ਉਹਨਾਂ ਦੇ ਵਿੱਚੋਂ ਜਿਹੜਾ 2 ਕੰਮ ਕੀਤੇ ਸੀ ਉਹ ਹੈਰਡ ਤੇ ਡੋਮਰ ਨੇ ਕੀਤਾ ਸੀ। ਇਹਨਾਂ ਦੋਨਾਂ ਦਾ ਬੇਸਿਕ ਕਨਸੈਪਟ ਇਹੀ ਸੀ ਕਿ ਆਪਾਂ ਇਕੋਨੋਮੀ ਨੂੰ ਜੇ ਉੱਪਰ ਚੁੱਕ ਸਕਦੇ ਹਾਂ ਤਾਂ ਉਹ ਸਭ ਤੋਂ ਵਧੀਆ, ਜੇ ਨਹੀਂ ਤੇ ਘੱਟੋ ਘੱਟ ਉਹਨੂੰ ਇੱਕ ਇਹੋ ਜਿਹੀ ਪੋਜੀਸ਼ਨ ਤੇ ਲੈ ਆਈਏ ਜਿੱਥੇ ਇਕੋਨੋਮੀ ਆਪਣੀ ਕੀ ਕਰਦੀ ਹੋਵੇ, ਸਰਵਾਈਵ ਕਰਨ ਜੋਗੀ ਹੋਵੇ। ਸਟੱਡੀ ਇੱਕ ਪਾਥ ਆਪਾਂ ਨੂੰ ਮਿਲੇ ਜਿੱਥੇ ਕੌਂਸਟੈਂਟਲੀ ਉਹ ਉੱਥੇ ਚੱਲਦੀ ਵੀ ਰਹੇ ਤੇ ਇਕੋਨੋਮੀ ਨੂੰ ਕੋਈ ਨੁਕਸਾਨ ਨਾ ਹੋਵੇ ਜਾਂ ਦੇਸ਼ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਕੇਸ ਦੇ ਵਿੱਚ ਹੈਰਡ ਨੇ 3 ਇਸ਼ੂ ਰੇਜ਼ ਕੀਤੇ ਆ। ਉਹ ਕਿਹੜੇ ਆ? ਸਭ ਤੋਂ ਪਹਿਲਾ ਹੈਗਾ ਆ ਕਿ ਜਿਹੜੀ ਸਟੱਡੀ ਗਰੋਥ ਆ ਉਹਨੂੰ ਅਚੀਵ ਕਿੱਦਾਂ ਕਰਨਾ। ਸਟੱਡੀ ਗਰੋਥ ਨੂੰ ਅਚੀਵ ਕਿੱਦਾਂ ਕਰਨਾ, ਪਹਿਲਾ ਪੁਆਇੰਟ। ਉਹਨੂੰ ਮੇਨਟੇਨ ਕਿੱਦਾਂ ਕਰਨਾ, ਦੂਜਾ ਪੁਆਇੰਟ। ਤੇ ਜਿਹੜੇ ਆਪਣੇ ਦੇਸ਼ ਦੇ ਵਿੱਚ ਨੈਚੁਰਲ ਫੈਕਟਰਸ ਆ ਉਹ ਉਹਦੇ 'ਤੇ ਕਿੱਦਾਂ ਰੋਕ ਲਾਉਂਦੇ ਆ ਜਾਂ ਕਿੱਦਾਂ ਉਹਨੂੰ ਇੱਕ ਲਿਮਿਟ ਤੱਕ ਰੱਖਦੇ ਆ, ਇਹ ਤੀਸਰਾ ਪੁਆਇੰਟ ਹੈ। ਪਹਿਲਾ ਪੁਆਇੰਟ ਅਚੀਵ ਕਿੱਦਾਂ ਕਰਨਾ, ਦੂਸਰਾ ਮੇਨਟੇਨ ਕਿੱਦਾਂ ਕਰਨਾ, ਤੀਸਰਾ ਨੈਚੁਰਲ ਫੈਕਟਰਸ ਉਹਨੂੰ ਉਹ 'ਤੇ ਸੀਲਿੰਗ ਕਿੱਦਾਂ ਲਾਉਂਦੇ ਆ, ਕੰਸਟ੍ਰੇਂਟਸ ਕਿੱਦਾਂ ਫਿਕਸ ਹੁੰਦੇ ਉਹਦੇ 'ਤੇ। ਕਲੀਅਰ? ਅੱਛਾ, ਇਹਨਾਂ ਤਿੰਨਾਂ ਦੇ ਆਨਸਰ ਦੇ ਲਈ ਉਹਨੇ ਕੀ ਕੀਤਾ ਹੈ ਆਪਣੇ ਕੋਲ, ਉਹਨੇ 3 ਤਰ੍ਹਾਂ ਦੀ ਗਰੋਥ ਮੰਨ ਲਈ ਆ। ਉਹ ਕਿਹੜੀ ਆ? ਸਭ ਤੋਂ ਪਹਿਲੀ ਐਕਚੁਅਲ ਗਰੋਥ ਰੇਟ, ਫਿਰ ਵਾਰੰਟਡ ਗਰੋਥ ਰੇਟ, ਫਿਰ ਨੈਚੁਰਲ ਗਰੋਥ ਰੇਟ। ਪਹਿਲਾਂ ਇਹਨਾਂ ਨੂੰ ਮੈਂ ਜਰਾ ਤੁਹਾਨੂੰ ਲੇਮੈਨ ਲੈਂਗੁਏਜ ਦੇ ਵਿੱਚ ਦੱਸ ਦਿੰਦਾ ਕਿ ਐਕਚੁਅਲ, ਵਾਰੰਟਡ ਤੇ ਨੈਚੁਰਲ ਗਰੋਥ ਰੇਟ ਹੁੰਦੀਆਂ ਕੀ। ਐਕਚੁਅਲ ਗਰੋਥ ਰੇਟ ਨੂੰ ਜੀ ਨਾਲ ਰਿਪਰੈਜ਼ੈਂਟ ਕਰਦੇ ਆ, ਵਾਰੰਟਡ ਨੂੰ GW ਨਾਲ ਲਿਖ ਦਿੰਦੇ ਆ, ਨੈਚੁਰਲ ਨੂੰ GN ਦੇ ਨਾਲ ਲਿਖ ਲੈਂਦੇ ਆ। ਕਈ ਵਾਰੀ ਐਕਚੁਅਲ ਦੇ ਅੱਗੇ GA ਵੀ ਪਾ ਲੈਂਦੇ ਆ, ਐਕਚੁਅਲ ਦਾ ਸਿੰਬਲ A ਲਿਖ ਦਿੰਦੇ ਆ। ਅੱਛਾ, ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਆਨਸਰ ਸੀ ਕਿ ਸਟੱਡੀ ਗਰੋਥ ਨੂੰ ਅਚੀਵ ਕਿੱਦਾਂ ਕਰਦੇ ਆ, ਇਹਦਾ ਆਨਸਰ ਕੌਣ ਦਿੰਦਾ ਹੈ ਤੁਹਾਨੂੰ? ਐਕਚੁਅਲ ਗਰੋਥ ਰੇਟ। ਸੈਕੰਡ ਕੁਐਸਚਨ ਹੈਗਾ ਸੀ ਆਪਣੇ ਕੋਲ ਨੇ ਰੇਜ਼ ਕੀਤਾ, ਸਟੱਡੀ ਗਰੋਥ ਨੂੰ ਮੇਨਟੇਨ ਕਿੱਦਾਂ ਕਰਦੇ ਆ। ਮੇਨਟੇਨ ਕਰਨ ਲਈ ਆਪਣੇ ਕੋਲ ਸੈਕੰਡ ਕੁਐਸਚਨ ਹੈਗਾ ਆ ਵਾਰੰਟਡ ਗਰੋਥ ਰੇਟ। ਥਰਡ ਆਪਣੇ ਕੋਲ ਹੈਗਾ ਸੀ ਹਾਊ ਡੂ ਨੈਚੁਰਲ ਫੈਕਟਰਸ ਪੁੱਟ ਅ ਸੀਲਿੰਗ ਔਨ ਦਾ ਗਰੋਥ ਰੇਟ ਆਫ ਦਾ ਇਕੋਨੋਮੀ। ਇਹਦੇ ਲਈ ਆਪਣੇ ਕੋਲ ਥਰਡ ਆਨਸਰ ਹੈਗਾ ਸੀ ਨੈਚੁਰਲ ਗਰੋਥ ਰੇਟ। ਸਮਝ ਲੱਗੀ ਗੱਲ ਨੂੰ? ਇਹ 3 ਜਿਹੜੇ ਆਪਾਂ ਪਿੱਛੇ ਕੁਐਸਚਨ ਰਾਈਜ਼ ਕੀਤੇ, ਉਹਨਾਂ ਤਿੰਨਾਂ ਕੁਐਸਚਨ ਦੇ ਆਨਸਰ ਇਹ ਵਾਲੇ। ਹੁਣ ਸਭ ਤੋਂ ਪਹਿਲਾਂ ਤੇ ਆ ਜਾਓ ਐਕਚੁਅਲ ਰੇਟ ਆਫ ਗਰੋਥ ਜਾਂ ਐਕਚੁਅਲ ਗਰੋਥ ਰੇਟ। ਐਕਚੁਅਲ ਗਰੋਥ ਰੇਟ ਹੁੰਦੀ ਕੀ ਆ? ਐਕਚੁਅਲ ਗਰੋਥ ਰੇਟ ਨੂੰ ਡਿਟਰਮਿਨ ਕਰਦੇ ਆ ਸੇਵਿੰਗ ਤੇ ਕੈਪੀਟਲ ਆਊਟਪੁੱਟ ਰੇਸ਼ੋ ਦੇ ਨਾਲ। ਐਕਚੁਅਲ ਗਰੋਥ ਰੇਟ ਨੂੰ ਆਪਾਂ ਕਾਹਦੇ ਨਾਲ ਕਰਦੇ ਹਾਂ, ਜਾਂ ਸੇਵਿੰਗ ਇਨਵੈਸਟਮੈਂਟ ਜਿੰਨੀ ਵੀ ਕੰਟਰੀ 'ਚ ਹੈਗੀ ਆ ਉਹਦੇ ਨਾਲ ਇਹਨੂੰ ਡਿਟਰਮਿਨ ਕੀਤਾ ਜਾਂਦਾ ਹੈ। ਤੇ ਇਹ ਜਿਹੜੀ ਐਕਚੁਅਲ ਗਰੋਥ ਰੇਟ ਹੁੰਦੀ ਕੀ ਹੈ? ਚੇਂਜ ਇਨ ਇਨਕਮ ਟੂ ਦਾ ਟੋਟਲ ਇਨਕਮ ਜੇ ਰੇਸ਼ੋ ਕੱਢੋਗੇ ਤਾਂ ਉਹਨੂੰ ਕਹਿੰਦੇ ਆ ਐਕਚੁਅਲ ਗਰੋਥ ਰੇਟ। ਚੇਂਜ ਇਨ ਇਨਕਮ ਟੋਟਲ ਇਨਕਮ ਆਪਣੇ ਕੋ ਹੈਗੀ ਆ 100 ਕਰੋੜ, ਚੇਂਜ ਹੋ ਕੇ 50 ਤੋਂ 55 ਪਹੁੰਚੀ 5 ਦਾ ਮਤਲਬ 5/100 ਕਰੋਗੇ ਤੇ ਕੀ ਆ ਜਾਏਗਾ ਤੁਹਾਡੇ ਕੋਲ? ਐਕਚੁਅਲ ਗਰੋਥ ਰੇਟ। ਯਾਨੀ ਕਿ ਚੇਂਜ ਇਨ ਇਨਕਮ ਟੂ ਦਾ ਟੋਟਲ ਇਨਕਮ, ਇਸ ਰੇਸ਼ੋ ਨੂੰ ਬੋਲਦੇ ਆ ਐਕਚੁਅਲ ਰੇਟ ਆਫ ਗਰੋਥ। ਮੈਂ ਤੁਹਾਨੂੰ ਪਹਿਲਾਂ ਦੱਸਦਾ ਪਿਆ, ਐਕਚੁਅਲ ਗਰੋਥ ਰੇਟ ਨੂੰ ਡਿਟਰਮਿਨ ਕਰਦੇ ਆ ਆਪਾਂ ਰੇਟ ਆਫ ਸੇਵਿੰਗ ਤੇ ਇਨਵੈਸਟਮੈਂਟ ਕੰਟਰੀ ਦੇ ਵਿੱਚ ਕਿੰਨੀ ਆ ਉਹਦੇ ਨਾਲ। ਇਹਨੂੰ ਆਪਾਂ ਮੈਜ਼ਰ ਕਿੱਦਾਂ ਕਰਦੇ ਆ? ਚੇਂਜ ਇਨ ਇਨਕਮ ਟੂ ਦਾ ਟੋਟਲ ਇਨਕਮ ਜਾਂ ਰੇਸ਼ੋ ਆਫ ਚੇਂਜ ਇਨ ਇਨਕਮ ਟੂ ਟੋਟਲ ਇਨਕਮ ਇਜ਼ ਨੋਨ ਐਜ਼ ਐਕਚੁਅਲ ਰੇਟ ਆਫ ਗਰੋਥ। ਇਹਨੂੰ ਡਿਟਰਮਿਨ ਕਰਨ ਲਈ 2 ਫੈਕਟਰਸ ਯੂਜ਼ ਹੁੰਦੇ ਆ। ਇੱਕ ਫੈਕਟਰ ਹੁੰਦਾ ਹੈ ਸੇਵਿੰਗ ਇਨਕਮ ਰੇਸ਼ੋ, ਇੱਕ ਹੁੰਦਾ ਹੈ ਕੈਪੀਟਲ ਆਊਟਪੁੱਟ ਰੇਸ਼ੋ। ਇੱਕ ਸੇਵਿੰਗ ਇਨਕਮ ਰੇਸ਼ੋ, ਇੱਕ ਕੈਪੀਟਲ ਆਊਟਪੁੱਟ ਰੇਸ਼ੋ। ਸੇਵਿੰਗ ਇਨਕਮ ਰੇਸ਼ੋ ਕਿਹਦੇ ਬਰਾਬਰ ਹੁੰਦੀ ਆ? ਸੇਵਿੰਗ ਇਨਕਮ ਰੇਸ਼ੋ ਨੂੰ ਆਪਾਂ ਮੰਨਦੇ ਆ S/Y। ਐਸ ਕਿਹਨੂੰ ਕਹਿੰਦੇ ਆ? ਸੇਵਿੰਗ ਆਊਟ ਆਫ ਇਨਕਮ ਇਜ਼ ਨੋਨ ਐਜ਼ ਸੇਵਿੰਗ ਇਨਕਮ ਰੇਸ਼ੋ।
S/Y ਨੂੰ ਕੀ ਕਹਿੰਦੇ ਆ, ਸੇਵਿੰਗ ਇਨਕਮ ਰੇਸ਼ੋ। ਕਲੀਅਰ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਆ ਗਿਆ C, ਕੈਪੀਟਲ ਆਊਟਪੁੱਟ ਰੇਸ਼ੋ। ਕੈਪੀਟਲ ਆਊਟਪੁੱਟ ਰੇਸ਼ੋ ਹੁੰਦੀ ਆ ਚੇਂਜ ਇਨ ਕੈਪੀਟਲ ਟੂ ਦਾ ਟੋਟਲ ਇਨਕਮ। ਰੇਸ਼ੋ ਆਫ ਚੇਂਜ ਇਨ ਕੈਪੀਟਲ ਟੂ ਟੋਟਲ ਇਨਕਮ ਇਜ਼ ਨੋਨ ਐਜ਼ ਕੈਪੀਟਲ ਆਊਟਪੁੱਟ ਰੇਸ਼ੋ। ਇਨਕਮ ਦੇ ਵਿੱਚੋਂ ਕਿੰਨੀ ਆਪਾਂ ਇਨਵੈਸਟਮੈਂਟ ਕਰਦੇ ਆ ਉਹਨੂੰ ਕੀ ਕਵਾਂਗੇ ਆਪਾਂ, ਕੈਪੀਟਲ ਆਊਟਪੁੱਟ ਰੇਸ਼ੋ। ਹੁਣ ਤੁਹਾਨੂੰ ਇੱਕ ਗੱਲ ਹੋਰ ਤੁਹਾਨੂੰ ਵੈਸੇ ਪਤਾ ਵੀ ਆ, ਚੇਂਜ ਇਨ ਕੈਪੀਟਲ ਕਿਹਨੂੰ ਕਹਿੰਦੇ ਆ, ਇਨਵੈਸਟਮੈਂਟ ਨੂੰ। ਚੇਂਜ ਇਨ ਕੈਪੀਟਲ ਕਿਹਨੂੰ ਕਹਿੰਦੇ ਆਪਾਂ, ਇਨਵੈਸਟਮੈਂਟ ਨੂੰ। ਕੈਪੀਟਲ ਦਾ ਮਤਲਬ ਇਹ ਪਹਿਲੇ ਸਾਲ ਤੁਸੀਂ ਇਨਵੈਸਟਮੈਂਟ ਕੀਤੀ ਆ 500 ਕਰੋੜ ਦੀ, ਦੂਜੇ ਸਾਲ ਇਨਵੈਸਟਮੈਂਟ ਵੱਧ ਕੇ ਹੋ ਗਈ 700 ਕਰੋੜ। ਇਹਦਾ ਮਤਲਬ ਦੂਜੇ ਸਾਲ ਦੀ ਇਨਵੈਸਟਮੈਂਟ ਕਿੰਨੀ ਹੋਈ, 700 ਚੋਂ 500 ਕੱਢੋਗੇ ਕਿੰਨੀ ਆਊਗੀ, 200। ਇਹਦਾ ਮਤਲਬ ਦੂਜੇ ਸਾਲ ਐਕਚੁਅਲੀ ਇਨਵੈਸਟਮੈਂਟ ਕਿੰਨੀ ਕੀਤੀ, 200। ਚੇਂਜ ਇਨ ਕੈਪੀਟਲ ਕੀ ਹੁੰਦੀ ਆ, ਇਨਵੈਸਟਮੈਂਟ ਉਸ ਸਾਲ ਦੀ। ਤਿੰਨ ਚੀਜ਼ਾਂ ਪੜ੍ਹਦੇ ਪਏ ਆਪਾਂ। ਸਭ ਤੋਂ ਪਹਿਲਾਂ ਐਕਚੁਅਲ ਰੇਟ ਆਫ ਗਰੋਥ ਡਿਟਰਮਿਨ ਕਰਦੇ ਆ, ਐਕਚੁਅਲ ਰੇਟ ਆਫ ਸੇਵਿੰਗ ਤੇ ਇਨਵੈਸਟਮੈਂਟ ਉਸ ਕੰਟਰੀ ਦੇ ਨਾਲ। ਇਹ ਜਿਹੜੀ G ਹੁੰਦੀ ਆ ਜਿਹਨੂੰ ਆਪਾਂ ਐਕਚੁਅਲ ਰੇਟ ਆਫ ਗਰੋਥ ਕਿਹਾ, ਇਹ ਕਿਹਦੇ ਬਰਾਬਰ ਹੁੰਦੀ ਆ, ਰੇਸ਼ੋ ਆਫ ਚੇਂਜ ਇਨ ਇਨਕਮ ਟੂ ਟੋਟਲ ਇਨਕਮ। ਰੇਸ਼ੋ ਆਫ ਚੇਂਜ ਇਨ ਇਨਕਮ ਟੂ ਟੋਟਲ ਇਨਕਮ, ਇਹ ਕੀ ਆਪਣੇ ਕੋਲ ਐਕਚੁਅਲ ਰੇਟ ਆਫ ਗਰੋਥ। ਕਲੀਅਰ। ਉਸ ਤੋਂ ਬਾਅਦ ਇਹਦੇ ਦੋ ਡਿਟਰਮੀਨੈਂਟਸ ਆ, ਉਹ ਕਿਹੜੇ ਆ, ਇੱਕ ਹੈਗਾ ਸੇਵਿੰਗ ਇਨਕਮ ਰੇਸ਼ੋ, ਇੱਕ ਤੁਹਾਡੇ ਕੋਲ ਕਿਹੜਾ ਬਣਦਾ ਆ, ਕੈਪੀਟਲ ਆਊਟਪੁੱਟ ਰੇਸ਼ੋ। ਸੇਵਿੰਗ ਇਨਕਮ ਰੇਸ਼ੋ ਹੁੰਦੀ ਆ ਸੇਵਿੰਗ ਆਊਟ ਆਫ ਇਨਕਮ ਇਜ਼ ਨੋਨ ਐਜ਼ ਸੇਵਿੰਗ ਇਨਕਮ ਰੇਸ਼ੋ, ਇਹਨੂੰ ਡਿਨੋਟ ਕਰਦੇ ਆ ਸਮਾਲ ਐਸ ਨਾਲ। ਕੈਪੀਟਲ ਆਊਟਪੁੱਟ ਰੇਸ਼ੋ ਨੂੰ ਡਿਨੋਟ ਕਰਦੇ ਆ C ਨਾਲ, ਇਹ ਹੁੰਦੀ ਆ ਡੈਲਟਾ K/Y, ਯਾਨੀ ਕਿ ਚੇਂਜ ਇਨ ਕੈਪੀਟਲ ਉਹ ਟੂ ਟੋਟਲ ਇਨਕਮ ਇਜ਼ ਨੋਨ ਐਜ਼ ਕੈਪੀਟਲ ਆਊਟਪੁੱਟ ਰੇਸ਼ੋ। ਅੱਛਾ, ਇਹ ਜਿਹੜਾ ਰਿਲੇਸ਼ਨਸ਼ਿਪ ਆ ਇਹਨੂੰ ਐਕਸਪ੍ਰੈਸ ਕਰਨ ਦਾ ਤਰੀਕਾ ਹੁੰਦਾ GC ਇਜ਼ ਇਕੁਅਲ ਟੂ S। G ਮਤਲਬ ਐਕਚੁਅਲ ਰੇਟ ਆਫ ਗਰੋਥ, C ਦਾ ਮਤਲਬ ਕੈਪੀਟਲ ਆਊਟਪੁੱਟ ਰੇਸ਼ੋ ਇਜ਼ ਇਕੁਅਲ ਟੂ ਸੇਵਿੰਗ ਰੇਸ਼ੋ। ਕਲੀਅਰ ਆ। ਹੁਣ G ਆਪਾਂ ਲਿਖਿਆ ਸੀ ਡੈਲਟਾ Y/Y, ਇੱਥੇ ਮੈਂ ਪੁੱਟ ਕਰਤਾ। ਉਦੋਂ ਬਾਅਦ C ਨੂੰ ਆਪਾਂ ਲਿਖਤਾ I, ਅੱਛਾ C ਹੈਗਾ ਆ ਡੈਲਟਾ K/ਡੈਲਟਾ Y। ਡੈਲਟਾ K ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਚੇਂਜ ਇਨ ਕੈਪੀਟਲ ਕਿਹਦੇ ਬਰਾਬਰ ਹੁੰਦੀ ਆ, I ਦੇ ਬਰਾਬਰ। ਇਹਦਾ ਮਤਲਬ ਡੈਲਟਾ Y/Y ਇੰਟੂ C ਦਾ ਮਤਲਬ I/ਡੈਲਟਾ Y ਇਜ਼ ਇਕੁਅਲ ਟੂ ਸਮਾਲ ਐਸ। ਸਮਾਲ ਐਸ ਕਿਹਦੇ ਬਰਾਬਰ ਸੀ, ਤੁਹਾਡੇ ਕੋਲ ਸਮਾਲ ਐਸ ਹੈਗਾ ਆ S/Y। ਡੈਲਟਾ Y ਨਾਲ ਡੈਲਟਾ Y ਕੈਂਸਲ ਹੋ ਜਾਣਾ, ਇੱਧਰ ਬਚਣਾ I/Y, ਇੱਧਰ ਬਚਣਾ S/Y। Y ਨਾਲ Y ਕੈਂਸਲ, ਬਚਿਆ ਕਿ I ਇਜ਼ ਇਕੁਅਲ ਟੂ S। I ਇਜ਼ ਇਕੁਅਲ ਟੂ S ਦਾ ਮਤਲਬ ਆ ਤੁਹਾਡੇ ਕੋਲ ਇੱਕ ਕੰਡੀਸ਼ਨ ਨਿਕਲ ਕੇ ਆ ਗਈ। ਉਹ ਕੰਡੀਸ਼ਨ ਕੀ ਆ, ਸੇਵਿੰਗ ਜੇ ਇਨਵੈਸਟਮੈਂਟ ਦੇ ਬਰਾਬਰ ਹੋ ਜਾਏਗੀ ਤੇ ਤੁਹਾਨੂੰ ਕਿਹੜੀ ਗਰੋਥ ਰੇਟ ਮਿਲੂਗੀ, ਐਕਚੁਅਲ ਗਰੋਥ ਰੇਟ। ਇਹ ਸਟੱਡੀ ਗਰੋਥ ਦੀ ਇੱਕ ਪਹਿਲੀ ਕੰਡੀਸ਼ਨ ਆ, ਹਾਊ ਸਟੱਡੀ ਰੇਟ ਕੈਨ ਬੀ ਅਚੀਵਡ। ਪਹਿਲਾ ਕੁਐਸਚਨ, ਉਹ ਕਦੋਂ ਅਚੀਵ ਹੋਏਗੀ, ਜਦੋਂ ਇਨਵੈਸਟਮੈਂਟ ਇਜ਼ ਇਕੁਅਲ ਟੂ ਸੇਵਿੰਗ ਹੋਏਗੀ। ਗੱਲ ਪੱਲੇ ਪਈ। ਪਹਿਲੇ ਕੁਐਸਚਨ ਦਾ ਆਨਸਰ ਆਪਣੇ ਕੋਲ ਆ ਦੇਖੋ, ਪਹਿਲਾ ਕੁਐਸਚਨ ਕੀ ਲਿਖਿਆ ਸੀ, ਹਾਊ ਕੈਨ ਸਟੱਡੀ ਗਰੋਥ ਬੀ ਅਚੀਵਡ। ਇਹਦਾ ਆਨਸਰ ਨਿਕਲ ਕੇ ਆ ਗਿਆ, ਸਟੱਡੀ ਗਰੋਥ ਕੈਨ ਬੀ ਅਚੀਵਡ ਵੈਨ ਇਨਵੈਸਟਮੈਂਟ ਇਜ਼ ਇਕੁਅਲ ਟੂ ਸੇਵਿੰਗ ਇਨ ਦਾ ਕੰਟਰੀ। ਇੱਥੇ ਜੇ ਤੁਸੀਂ ਧਿਆਨ ਨਾਲ ਪੜ੍ਹੋ, ਐਕਚੁਅਲ ਰੇਟ ਆਫ ਗਰੋਥ ਇਜ਼ ਅ ਗਰੋਥ ਰੇਟ ਡਿਟਰਮਿਨਡ ਬਾਏ ਐਕਚੁਅਲ ਰੇਟ ਆਫ ਸੇਵਿੰਗ ਐਂਡ ਇਨਵੈਸਟਮੈਂਟ ਇਨ ਦਾ ਕੰਟਰੀ। ਇਹੀ ਕੰਡੀਸ਼ਨ ਉੱਪਰ ਲਿਖੀ ਹੈ, ਇਹਦਾ ਮੀਨਿੰਗ ਉੱਪਰ ਲਿਖਿਆ ਹੈ। ਹੁਣ this relation explains that the condition for achieving the steady growth is that saving must be equal to investment। ਇਹਦੇ ਵਿੱਚ ex post saving ਤੇ ex post investment ਲਿਖਿਆ। ex post ਦਾ ਮਤਲਬ ਹੁੰਦਾ ਆ ਐਕਚੁਅਲ ਜਾਂ ਰੀਅਲ, ਯਾਨੀ ਕਿ ਰੀਅਲ ਸੇਵਿੰਗ ਉਸ ਸਾਲ ਦੀ ਰੀਅਲ ਇਨਵੈਸਟਮੈਂਟ ਦੇ ਬਰਾਬਰ ਹੋ ਜਾਵੇ, ਜਾਂ ਐਕਚੁਅਲ ਸੇਵਿੰਗ ਦੇ ਬਰਾਬਰ ਹੋ ਜਾਵੇ, ਐਕਚੁਅਲ ਇਨਵੈਸਟਮੈਂਟ ਦੇ ਨਾਲ ਹੋ ਜਾਵੇ, ਉਹਨੂੰ ਆਪਾਂ ਕੀ ਕਵਾਂਗੇ, ਐਕਚੁਅਲ ਗਰੋਥ ਰੇਟ। ਪੱਲੇ ਪਿਆ। ਇਹ ਤੁਹਾਡਾ ਹੈਗਾ ਸੀ ਫਸਟ ਕਨਸੈਪਟ, ਜਿਹਨੂੰ ਆਪਾਂ ਕਹਿੰਦੇ ਆ ਹਾਊ ਸਟੱਡੀ ਗਰੋਥ ਕੈਨ ਬੀ ਅਚੀਵ। ਇਹ ਫਸਟ ਪਾਰਟ ਸੀ। ਨੈਕਸਟ ਪਾਰਟ, ਵਾਰੰਟਡ ਗਰੋਥ ਰੇਟ। ਦੇਖੋ, ਜਦੋਂ ਵੀ ਕਿਤੇ ਵਾਰੰਟਡ ਗਰੋਥ ਰੇਟ ਆ ਜਾਵੇ, ਲੇਮੈਨ ਲੈਂਗੁਏਜ ਦੱਸਦਾ ਪਿਆ, ਇਹਦਾ ਮਤਲਬ ਹੁੰਦਾ ਐਕਸਪੈਕਟਡ। ਤੁਸੀਂ ਐਕਸਪੈਕਟ ਕੀ ਕਰੋਗੇ, ਜੇ ਤੁਹਾਨੂੰ ਕੋਈ ਇਹ ਨਾ ਕਹਿ ਦੇਵੇ ਤੁਸੀਂ ਫਾਈਨਲ ਦੇ ਵਿੱਚੋਂ ਨੰਬਰ ਐਕਸਪੈਕਟ ਕਰੋ, ਤੇ ਕੀ ਐਕਸਪੈਕਟ ਕਰੋਗੇ, ਅਸੀਂ 100 ਚੋਂ 100 ਲਈਏ, ਜਾਂ ਮੈਕਸੀਮਮ ਜਿੰਨੇ ਵੀ ਯੂਨੀਵਰਸਿਟੀ ਚੋਂ ਆਉਣ ਉਹ ਸਾਡੇ ਆਉਣ। ਐਕਸਪੈਕਟ ਤੇ ਆਪਾਂ ਇਹੀ ਕਰਾਂਗੇ, ਉਮੀਦ ਤੇ ਆਪਾਂ ਹਮੇਸ਼ਾ ਜ਼ਿਆਦਾ ਦੀ ਰੱਖਦੇ ਹਾਂ। ਇਹਦਾ ਮਤਲਬ ਜਿਹੜੀ ਵਾਰੰਟਡ ਗਰੋਥ ਰੇਟ ਆ, ਇਹ ਕਿਹੜੀ ਗਰੋਥ ਰੇਟ ਹੁੰਦੀ ਆ, ਐਕਸਪੈਕਟਡ ਗਰੋਥ ਰੇਟ। ਤੇ ਐਕਸਪੈਕਟਡ ਗਰੋਥ ਰੇਟ ਹਮੇਸ਼ਾ ਆਪਾਂ ਕੀ ਮੰਨ ਕੇ ਚੱਲਦੇ ਹਾਂ, ਬਹੁਤ ਜ਼ਿਆਦਾ, ਯਾਨੀ ਕਿ ਇਹਦੇ ਵਿੱਚ ਕੋਈ ਵੀ ਆਪਾਂ ਨੂੰ ਜਿਹਦੇ 'ਚ ਦਿੱਕਤ ਹੀ ਨਾ ਹੋਵੇ। ਹੁਣ ਜੇ ਤੁਸੀਂ ਇਹਨੂੰ ਧਿਆਨ ਨਾਲ ਪੜ੍ਹੋਗੇ, ਐਕਚੁਅਲ ਜਿਹੜੀ ਵਾਰੰਟਡ ਗਰੋਥ ਰੇਟ ਆ, ਜਦੋਂ ਇਕੋਨੋਮੀ ਹਾਸਲ ਕਦੋਂ ਕਰੂਗੀ, ਜਦੋਂ ਫੁੱਲ ਕਪੈਸਿਟੀ ਤੇ ਕੰਮ ਕਰੂਗੀ।
ਫੁੱਲ ਕਪੈਸਿਟੀ ਤੇ ਕਦੋਂ ਕੰਮ ਕਰੂਗੀ? ਜਦੋਂ ਸਾਰੇ ਲੋਕਾਂ ਨੂੰ ਕੰਮ ਮਿਲਦਾ ਹੋਵੇ, ਸਾਰੀ ਚੀਜ਼ਾਂ ਰਿਸੋਰਸਿਸ ਯੂਜ਼ ਹੁੰਦੇ ਹੋਣ, ਸਭ ਕੁਝ ਠੀਕ ਚੱਲਦਾ ਹੋਵੇ, ਉਦੋਂ ਆਪਾਂ ਨੂੰ ਕਿਹੜੀ ਗਰੋਥ ਮਿਲੂਗੀ? ਵਾਰੰਟਡ ਗਰੋਥ ਮਿਲੂਗੀ, ਐਕਸਪੈਕਟਡ ਗਰੋਥ। ਹੁਣ ਵਾਰੰਟਡ ਗਰੋਥ ਰੇਟ ਰੈਫਰ ਕਿਹਨੂੰ ਕਰਦੀ ਆ? ਰੇਟ ਆਫ ਇਕੋਨਮੀ ਵੈਨ ਇਟ ਇਜ਼ ਵਰਕਿੰਗ ਐਟ ਫੁੱਲ ਕਪੈਸਿਟੀ। ਉਹੀ ਗੱਲ ਆ ਗਈ, ਜਦੋਂ ਫੁੱਲ ਕਪੈਸਿਟੀ ਤੇ ਕੋਈ ਇਕੋਨਮੀ ਮੂਵ ਕਰੂਗੀ ਉਹਨੂੰ ਕੀ ਕਵਾਂਗੇ ਆਪਾਂ? ਵਾਰੰਟਡ ਗਰੋਥ। ਇਟ ਇਜ਼ ਆਲਸੋ ਕਾਲਡ ਫੁੱਲ ਕਪੈਸਿਟੀ ਗਰੋਥ ਰੇਟ। ਧਿਆਨ ਰੱਖਿਓ, ਕਈ ਵਾਰੀ ਯੂਐਸਸੀ 'ਚ ਪੁੱਛ ਲੈਂਦੇ ਆ ਹੈਰਿਡ ਡੋਮਨ ਨੇ ਫੁੱਲ ਕਪੈਸਿਟੀ ਗਰੋਥ ਰੇਟ ਕਿਹਨੂੰ ਕਿਹਾ ਹੈ? ਉੱਥੇ ਆਪਣਾ ਕੁਐਸਚਨ ਦਾ ਆਨਸਰ ਹੁੰਦਾ ਹੈ ਵਾਰੰਟਡ ਗਰੋਥ ਰੇਟ। ਓਕੇ, ਹਾਂਜੀ, ਇਹਨੂੰ ਆਪਾਂ ਰਿਪਰੈਜ਼ੈਂਟ ਕਾਹਦੇ ਨਾਲ ਕਰ ਦਿੰਦੇ ਆ? GW ਦੇ ਨਾਲ। ਕਾਹਦੇ ਨਾਲ ਰਿਪਰੈਜ਼ੈਂਟ ਕਰ ਦਿੰਦੇ ਆ? GW। ਐਕਚੁਅਲ ਨੂੰ ਸਿੰਪਲ ਜੀ ਦੇ ਨਾਲ, ਵਾਰੰਟਡ ਨੂੰ GW ਨਾਲ, ਨੈਚੁਰਲ ਨੂੰ GN ਦੇ ਨਾਲ। ਹੁਣ ਇਹਦੇ 'ਚ ਆਪਣੀ ਕੀ ਕਹਿੰਦੇ ਪਏ ਆਪਾਂ? ਸੇਮ ਉਹੀ ਗੱਲ, is the rate of income growth required for full utilization of growing stock of capital। ਜਦੋਂ ਐਂਟਰਪ੍ਰੇਨਰ ਸੈਟੀਸਫਾਈ ਹੋ ਜਾਵੇ ਇਨਵੈਸਟਮੈਂਟ ਤੋਂ, ਉੱਤੇ ਇਕੋਨਮੀ ਫੁੱਲ ਯੂਟੀਲਾਈਜੇਸ਼ਨ ਕਰਦੀ ਹੋਵੇ ਆਪਣੇ ਸਟਾਕ ਦਾ, ਉਹਨੂੰ ਕੀ ਕਵਾਂਗੇ ਆਪਾਂ? ਵਾਰੰਟਡ ਰੇਟ ਆਫ ਗਰੋਥ। ਵਾਰੰਟਡ ਰੇਟ ਆਫ ਗਰੋਥ ਕਿਹੜੇ ਐਕਸਪ੍ਰੈਸ਼ਨ ਨੂੰ ਫੁੱਲਫਿਲ ਕਰਦੀ ਆ? GW CR is equal to S। GW CR is equal to S। क्लियर है भाई? मैं थोड़ा जिहा एक्सटेंड करा। हाँ जी, GWCR is equal to S। ਹੁਣ ਤੁਹਾਡੇ ਕੋਲ ਜਿਹੜਾ GW ਆ ਉਹ ਤੇ ਹੈਗਾ ਵਾਰੰਟਡ ਰੇਟ ਆਫ ਗਰੋਥ। CR ਕੀ ਹੁੰਦੀ ਹੈ? CR ਉਹ ਵਾਲੀ ਕੈਪੀਟਲ ਆਊਟਪੁੱਟ ਰੇਸ਼ੋ ਆ ਜਿਹੜੀ ਕਿਸੇ ਇਕੋਨਮੀ ਦੇ ਵਿੱਚ ਵਾਰੰਟਡ ਰੇਟ ਆਫ ਗਰੋਥ ਨੂੰ ਮੇਨਟੇਨ ਕਰਨ ਲਈ ਚਾਹੀਦੀ ਆ, ਉਹਨੂੰ ਕਹਿੰਦੇ ਆ CR। CR shows the needed C ਦਾ ਮਤਲਬ ਕੈਪੀਟਲ ਆਊਟਪੁੱਟ ਰੇਸ਼ੋ, needed capital output ratio to maintain warranted rate of growth। ਕਿਉਂ ਮੇਨਟੇਨ ਆਪਾਂ ਕਰਨ ਦੀ ਗੱਲ ਕਰਦੇ ਪਏ ਆ? ਸੈਕੰਡ ਕੁਐਸਚਨ, ਹਾਊ ਕੈਨ ਸਟੱਡੀ ਰੇਟ ਕੈਨ ਬੀ ਮੇਨਟੇਨ। ਇਹਨੂੰ ਮੇਨਟੇਨ ਕਰਨ ਲਈ ਆਪਾਂ ਨੂੰ ਕੀ ਚਾਹੀਦਾ ਆ? CR। ਐਕਚੁਅਲ 'ਚ ਕੀ ਚਾਹੀਦਾ ਸੀ? C। ਤੇ ਮੇਨਟੇਨ ਕਰਨ ਲਈ ਕੀ ਚਾਹੀਦਾ? CR। CR ਦਾ ਮਤਲਬ ਉਹ ਵਾਲੀ ਕੈਪੀਟਲ ਆਊਟਪੁੱਟ ਰੇਸ਼ੋ ਜਿਹੜੀ ਮੇਨਟੇਨ ਕਰਨ ਲਈ ਚਾਹੀਦੀ ਆ, ਉਹਨੂੰ ਕਹਿੰਦੇ ਆ CR। ਹਾਂਜੀ, ਹੁਣ ਆਪਾਂ ਇਹ ਕਿਹੜੀਆਂ ਕੰਡੀਸ਼ਨਸ ਆ ਜਿਨ੍ਹਾਂ ਨੂੰ ਕਹਿੰਦੇ ਆ ਕਿ ਸਟੱਡੀ ਗਰੋਥ ਮੇਨਟੇਨ ਰਹੇਗੀ? ਜਿਹਦੇ ਨਾਲ ਅਚੀਵ ਤੇ ਹੋਗੀ, ਹੁਣ ਉਹ ਮੇਨਟੇਨ ਕਿੱਦਾਂ ਰਹੇਗੀ? ਮੇਨਟੇਨ ਰਹਿਣ ਦੇ ਲਈ ਦੋ ਕੰਡੀਸ਼ਨਸ ਆ, ਇੱਕ ਹੈਗੀ ਆ G is equal to GW, ਇੱਕ ਹੈਗੀ ਆ C is equal to CR। ਪਹਿਲੀ ਕੰਡੀਸ਼ਨ ਹੈਗੀ ਆ G is equal to GW ਤੇ ਦੂਜੀ ਹੈਗੀ ਆ C is equal to CR। G is equal to GW ਕੀ ਹੁੰਦਾ ਹੈ? G ਕੀ ਹੁੰਦਾ? ਐਕਚੁਅਲ ਰੇਟ ਆਫ ਗਰੋਥ, ਤੇ GW ਕੀ ਹੁੰਦਾ? ਵਾਰੰਟਡ ਰੇਟ ਆਫ ਗਰੋਥ। ਇਹਦਾ ਮਤਲਬ ਜਦੋਂ ਐਕਚੁਅਲ ਰੇਟ ਆਫ ਗਰੋਥ ਵਾਰੰਟਡ ਰੇਟ ਆਫ ਗਰੋਥ ਦੇ ਬਰਾਬਰ ਹੋ ਜਾਊਗੀ ਤੇ ਆਪਣੀ ਪਹਿਲੀ ਕੰਡੀਸ਼ਨ ਸੈਟੀਸਫਾਈ ਹੋ ਜਾਊਗੀ। ਇਹਦਾ ਮਤਲਬ ਇਕੋਨਮੀ ਦੇ ਵਿੱਚ ਆਪਾਂ ਸਟੱਡੀ ਗਰੋਥ ਨੂੰ ਮੇਨਟੇਨ ਕਰ ਸਕਦੇ ਹਾਂ। ਵੀ ਸਟੱਡੀ ਗਰੋਥ ਤੇ ਅਚੀਵ ਹੋ ਗਈ, ਕਿੱਦਾਂ ਹੋਈ ਆ? ਜਦੋਂ G ਆਈ। G ਦਾ ਮਤਲਬ ਐਕਚੁਅਲ ਰੇਟ ਆਫ ਗਰੋਥ ਹਾਸਲ ਕੀਤੀ। ਹੁਣ ਐਕਚੁਅਲ ਰੇਟ ਆਫ ਗਰੋਥ ਜੇ ਐਕਚੁਅਲ ਰੇਟ ਆਫ ਗਰੋਥ ਵਾਰੰਟਡ ਗਰੋਥ ਰੇਟ ਦੇ ਬਰਾਬਰ ਹੋ ਜਾਏਗੀ, ਇਹਦਾ ਮਤਲਬ ਆਪਾਂ ਉਹਨੂੰ ਮੇਨਟੇਨ ਕਰ ਲਾਂਗੇ। ਹੁਣ ਸੈਕਿੰਡ, ਦੂਜੀ ਕੰਡੀਸ਼ਨ ਕੀ ਆ? C is equal to CR। C ਹੈਗਾ ਉਹ ਕੈਪੀਟਲ ਆਊਟਪੁੱਟ ਰੇਸ਼ੋ ਜਿਹਦੇ ਨਾਲ ਸਟੱਡੀ ਗਰੋਥ ਅਚੀਵ ਕੀਤੀ ਆ, ਤੇ CR ਉਹ ਵਾਲੀ ਕੈਪੀਟਲ ਆਊਟਪੁੱਟ ਰੇਸ਼ੋ ਆ ਜਿਹਦੇ ਨਾਲ ਆਪਾਂ ਸਟੱਡੀ ਗਰੋਥ ਨੂੰ ਮੇਨਟੇਨ ਕਰਨਾ। ਜੇ ਦੋਨੇ ਬਰਾਬਰ ਹੋਣਗੀਆਂ ਆਟੋਮੈਟਿਕਲੀ ਵੀ ਕੰਡੀਸ਼ਨ ਸੈਟੀਸਫਾਈ ਹੋਏਗੀ। ਅੰਡਰਸਟੈਂਡ? ਅੱਛਾ, ਪਰ ਇਕੋਨਮੀ ਦੇ ਵਿੱਚ ਇਹ ਦੋਨੇ ਕੰਡੀਸ਼ਨਸ ਬਹੁਤ ਰੇਅਰਲੀ ਮਿਲਦੀਆਂ ਆ। ਜ਼ਿਆਦਾਤਰ ਇਹਨਾਂ ਦੋਨਾਂ ਕੰਡੀਸ਼ਨਸ ਦੇ ਵਿੱਚ ਚੱਕਰ ਪੈ ਜਾਂਦਾ ਆ। ਉਹ ਚੱਕਰ ਕੀ ਪੈਂਦਾ ਆ? ਉਹ ਹੈਗਾ ਆ ਜਾਂ ਤੇ G greater than GW ਹੋਏਗੀ ਜਾਂ G less than GW ਹੋਏਗੀ। ਜੇ G greater than GW ਹੈ, ਯਾਨੀ ਕਿ ਐਕਚੁਅਲ ਰੇਟ ਆਫ ਗਰੋਥ ਵਾਰੰਟਡ ਗਰੋਥ ਰੇਟ ਨਾਲੋਂ ਜ਼ਿਆਦਾ ਆ, ਤੇ ਜਿਹੜਾ ਕੈਪੀਟਲ ਆਊਟਪੁੱਟ ਰੇਸ਼ੋ ਆ ਉਹ ਜਿਹੜੀ ਵਾਰੰਟਡ ਕੈਪੀਟਲ ਆਊਟਪੁੱਟ ਰੇਸ਼ੋ ਚਾਹੀਦੀ ਆ ਉਹਦੇ ਨਾਲੋਂ ਘੱਟ ਜੂਗਾ। ਹੁਣ G ਦੇਖੋ, G ਕਿਹਨੂੰ ਕਹਿੰਦੇ ਆਪਾਂ? G ਕਿਹਨੂੰ ਕਿਹਾ ਸੀ ਬਈ? ਮੈਂ ਜਰਾ ਐਕਸਪ੍ਰੈਸ਼ਨ ਤੁਹਾਨੂੰ ਹੋਰ ਦਿਖਾ ਦਵਾਂ। ਹਾਂਜੀ, G ਕਿਹਨੂੰ ਕਿਹਾ ਸੀ ਤੁਸੀਂ? GC is equal to S। ਇਹੀ ਸੀ। ਇਹਦੇ ਚੋਂ G ਕਿਹਦੇ ਬਰਾਬਰ ਆ ਗਿਆ? S over C। ਕਲੀਅਰ ਹੈ? ਉਸੇ ਤਰ੍ਹਾਂ ਹੀ GWCR is equal to small s, GW ਕਿਹਦੇ ਬਰਾਬਰ ਆ ਗਿਆ? S over CR। ਹੁਣ G greater than GW ਦੇ ਵਿੱਚ ਪੁੱਟ ਕਰਤਾ S over C ਤੇ S over CR ਪੁੱਟ ਕਰਤਾ। S ਨਾਲ S ਕੱਟੇ ਗਏ, CR
CR किधर गया? लो देखो CR इधर आ गया तो C चल गया इधर, यानी कि CR ਲੈਸ ਦੈਨ ਸੌਰੀ C ਲੈਸ ਦੈਨ ਕੀ ਹੋ ਗਿਆ CR। ਦੂਜੇ ਪਾਸੇ ਸੇਮ ਇਹੀ ਕੰਡੀਸ਼ਨ ਕਰੋਗੇ ਤੇ C ਗ੍ਰੇਟਰ ਦੈਨ ਕੀ ਆ ਜਾਣਾ ਆ CR। ਹੁਣ ਇਸ ਤੋਂ ਬਾਅਦ ਹੁੰਦਾ ਕੀ ਮਤਲਬ ਹੈ, ਜੇ G ਗ੍ਰੇਟਰ ਦੈਨ GW ਆ, ਜੇ G ਗ੍ਰੇਟਰ ਦੈਨ GW ਆ ਗਿਆ, G ਦਾ ਮਤਲਬ ਐਕਚੁਅਲ ਰੇਟ ਆਫ ਗਰੋਥ, GW ਦਾ ਮਤਲਬ ਵਾਰੰਟਡ ਰੇਟ ਆਫ ਗਰੋਥ। ਜੇ ਐਕਚੁਅਲ ਰੇਟ ਆਫ ਗਰੋਥ ਆਲਰੇਡੀ ਵਾਰੰਟਡ ਰੇਟ ਆਫ ਗਰੋਥ ਨਾਲੋਂ ਜ਼ਿਆਦਾ ਆ, ਜੋ ਆਪਾਂ ਐਕਸਪੈਕਟ ਕਰਦੇ ਆ ਉਹਦੇ ਨਾਲੋਂ ਜ਼ਿਆਦਾ ਗਰੋਥ ਰੇਟ ਹਾਸਲ ਹੋ ਗਈ, ਇਹਦਾ ਮਤਲਬ ਹੋਇਆ ਇਕੋਨਮੀ ਦੇ ਵਿੱਚ ਫੁੱਲ ਇੰਪਲਾਇਮੈਂਟ ਤੇ ਪਹਿਲਾਂ ਹੀ ਆ ਗਈ, ਤੇ ਨਾਲ ਨਾਲ ਜਿੰਨੀ ਇਨਕਮ ਦੀ ਲੋੜ ਆ ਲੋਕਾਂ ਨੂੰ ਉਸ ਤੋਂ ਜ਼ਿਆਦਾ ਪੈਸਾ ਮਿਲਦਾ ਪਿਆ। ਬਈ ਜਿੰਨੀ ਤੁਸੀਂ ਸੋਚਦੇ ਪਏ ਹੋ ਜੇ ਉਸ ਤੋਂ ਜ਼ਿਆਦਾ ਗਰੋਥ ਰੇਟ ਹਾਸਲ ਹੋ ਗਈ, ਇਹਦਾ ਮਤਲਬ ਇਕੋਨਮੀ ਜ਼ਿਆਦਾ ਖੁਸ਼ਹਾਲੀ 'ਚ ਚੱਲ ਗਈ। ਜ਼ਿਆਦਾ ਖੁਸ਼ਹਾਲੀ 'ਚ ਜਾਣ ਦਾ ਮਤਲਬ ਆ ਕਿ ਤੁਸੀਂ ਇਨਕਮ ਵੱਧ ਗਈ, ਤੇ GW ਦਾ ਮਤਲਬ ਹੁੰਦਾ ਆ ਫੁੱਲ ਇੰਪਲਾਇਮੈਂਟ। ਇਹਦਾ ਮਤਲਬ ਜਿਹੜੀ ਇਨਕਮ ਵਧੀ ਆ, ਇਨਕਮ ਵਧੂਗੀ ਤੇ ਲੋਕਾਂ ਦੀ ਡਿਮਾਂਡ ਵਧੂਗੀ, ਡਿਮਾਂਡ ਵਧੂਗੀ ਤੇ ਇਹਦਾ ਮਤਲਬ ਪ੍ਰਾਈਸਿਸ ਰਾਈਜ਼ ਕਰਨਗੇ, ਪ੍ਰਾਈਸਿਸ ਰਾਈਜ਼ ਕਰਨਗੇ ਤੇ ਆਪਾਂ ਨੂੰ ਕੀ ਐਕਸਪੀਰੀਅੰਸ ਹੋਏਗਾ, ਇਨਫਲੇਸ਼ਨ। ਗੱਲ ਸਮਝੋ, ਜੇ GW ਨਾਲੋਂ ਜ਼ਿਆਦਾ, ਇਹਦਾ ਮਤਲਬ ਐਕਸਪੈਕਟਡ ਗਰੋਥ ਰੇਟ ਨਾਲੋਂ ਜ਼ਿਆਦਾ ਜੇ ਤੁਸੀਂ ਐਕਚੁਅਲ ਗਰੋਥ ਰੇਟ ਹਾਸਲ ਕਰ ਲਈ, ਇਹਦਾ ਮਤਲਬ ਇਕੋਨਮੀ ਦੇ ਵਿੱਚ ਪੈਸਾ ਜ਼ਿਆਦਾ ਆ ਗਿਆ ਹੈ। ਜੇ ਪੈਸਾ ਜ਼ਿਆਦਾ ਆਏਗਾ ਤੇ ਇਨਕਮ ਇਨਕਰੀਜ਼ ਹੋਊਗੀ, ਜੇ ਇਨਕਮ ਇਨਕਰੀਜ਼ ਹੋਏਗੀ ਇਹਦਾ ਮਤਲਬ ਡਿਮਾਂਡ ਵਧੂਗੀ, ਡਿਮਾਂਡ ਵਧੂਗੀ ਤੇ ਪ੍ਰਾਈਸ ਰਾਈਜ਼ ਹੋਣਗੇ, ਪ੍ਰਾਈਸ ਰਾਈਜ਼ ਹੋਣਗੇ ਤੇ ਇਨਫਲੇਸ਼ਨ ਆਏਗੀ। ਕਲੀਅਰ ਹੈ? ਦੂਜੇ ਪਾਸੇ ਜੇ G ਲੈਸ ਦੈਨ GW ਆ, ਇਹਦਾ ਮਤਲਬ ਐਕਸਪੈਕਟਡ ਆਪਣੀ ਜ਼ਿਆਦਾ ਆ ਪਰ ਐਕਚੁਅਲ ਘੱਟ ਆ। ਇਹਦਾ ਮਤਲਬ ਤੁਹਾਡੇ ਜਿਹੜੀ ਫੁੱਲ ਇੰਪਲਾਇਮੈਂਟ ਜਿਹੜੀ ਆ, ਹੁਣ ਫੁੱਲ ਕਪੈਸਿਟੀ ਤੇ ਇਕੋਨਮੀ ਜਿਹੜੀ ਕੰਮ ਕਰਦੀ ਪਈ ਆ ਉਹ ਜ਼ਿਆਦਾ ਆ, ਪਰ ਜਿਹੜੀ G ਆ ਉਹ ਘੱਟ ਆ, ਐਕਚੁਅਲ ਰੇਟ ਆਫ ਗਰੋਥ। ਹੁਣ ਇੱਕ ਛੋਟੀ ਜਿਹੀ ਚੀਜ਼ ਸਮਝੋ, ਜਿਹੜੀ G ਆ ਉਹ ਰਿਪਰੈਜ਼ੈਂਟ ਕਰਦੀ ਆ ਤੁਹਾਡੀ ਇਕੋਨਮੀ ਦੀ ਆਊਟਪੁੱਟ ਨੂੰ, ਐਕਚੁਅਲ ਰੇਟ ਆਫ ਗਰੋਥ। GW ਰਿਪਰੈਜ਼ੈਂਟ ਕਰਦੀ ਪਈ ਆ ਇੰਪਲਾਇਮੈਂਟ, ਫੁੱਲ ਕਪੈਸਿਟੀ। ਇਹਦਾ ਮਤਲਬ ਹੁਣ ਫੁੱਲ ਇੰਪਲਾਇਮੈਂਟ ਤੇ ਹੈਗੀ ਆ ਪਰ ਆਊਟਪੁੱਟ ਉਨੀ ਨਹੀਂ ਹੈਗੀ। ਇੰਪਲਾਇਮੈਂਟ ਫੁੱਲ ਹੋਣ ਦਾ ਮਤਲਬ ਆ ਸੌਰੀ GW ਜ਼ਿਆਦਾ ਆ, G ਇਜ਼ ਲੈਸ ਦੈਨ GW ਦਾ ਮਤਲਬ ਆ ਤੁਹਾਡੇ ਕੋਲ ਮੈਂ ਪਹਿਲਾਂ ਉਲਟਾ ਬੋਲ ਗਿਆ, GW ਦਾ ਮਤਲਬ ਆ ਤੁਹਾਡੇ ਕੋਲ ਆਊਟਪੁੱਟ ਜ਼ਿਆਦਾ ਹੋਗੀ, ਆਊਟਪੁੱਟ ਜ਼ਿਆਦਾ ਹੋਏਗੀ ਤੇ ਪ੍ਰੋਡਕਸ਼ਨ ਜ਼ਿਆਦਾ ਹੋਊਗੀ, ਪ੍ਰੋਡਕਸ਼ਨ ਜ਼ਿਆਦਾ ਹੋਊਗੀ ਪਰ ਲੋਕਾਂ ਕੋਲ ਪੈਸਾ ਉਨਾ ਹੈ ਨਹੀਂ। ਪ੍ਰੋਡਕਸ਼ਨ ਜ਼ਿਆਦਾ ਹੋ ਗਈ ਇਹਦਾ ਮਤਲਬ ਸਪਲਾਈ ਵੱਧ ਗਈ, ਡਿਮਾਂਡ ਘੱਟ ਗਈ, ਤੇ ਕੀ ਹੋਊਗਾ, ਜਿਹੜੀ ਮਾਰਕੀਟ ਦੇ ਵਿੱਚ ਸਪਲਾਈ ਦੀ ਐਕਸੈਸਿਵਨੈਸ ਆ ਜਾਏਗੀ। ਕਲੀਅਰ ਆ? ਹੁਣ ਇਹ ਸਾਰੀ ਕਨਸੈਪਟ ਤੋਂ ਕੀ ਪਤਾ ਲੱਗਾ ਆ ਕਿ ਇਕੋਨਮੀ ਦੇ ਵਿੱਚ ਬੈਲੈਂਸ ਬਣਾਉਣਾ ਬੜਾ ਔਖਾ ਆ। ਜਿਹੜਾ ਇਹ ਬੈਲੈਂਸ ਬਣਦਾ ਆ, ਇਹ ਦੋਨੇ ਜਿਹੜੇ ਫੈਕਟਰਸ ਦੇ ਉੱਤੇ, ਕਾਫੀ ਫੈਕਟਰਸ ਦੇ ਉੱਤੇ ਡਿਪੈਂਡ ਕਰਦਾ ਆ। ਥੋੜਾ ਜਿਹਾ ਵੀ GW ਤੋਂ ਇੱਧਰ ਉੱਧਰ ਹੋ ਗਿਆ, ਯਾਨੀ ਕਿ ਵਾਰੰਟਡ ਰੇਟ ਆਫ ਗਰੋਥ ਨਾਲੋਂ ਜੇ G ਵੱਧ ਗਈ ਤਾਂ ਵੀ ਦਿੱਕਤ ਆ, ਜੇ ਵਾਰੰਟਡ ਰੇਟ ਆਫ ਗਰੋਥ ਨਾਲੋਂ G ਘਟ ਗਈ ਤਾਂ ਵੀ ਦਿੱਕਤ ਆਏਗੀ। ਇਹਦਾ ਮਤਲਬ ਇਹਨੂੰ ਕੀ ਕਹਿੰਦੇ ਆ, ਨਾਈਫ ਐਜ ਇਕੁਇਲਿਬਰੀਅਮ। Slight deviation of G from GW leads the economy away and further away from the steady growth rate path. It is called knife edge equilibrium. ਇਹਨੂੰ ਸਮਝ ਕੇ ਰੱਖਿਓ, ਇਹ ਬੜਾ ਵਧੀਆ ਕੰਸੈਪਟ ਹੈ। ਨੈਕਸਟ ਹੈਗਾ ਨੈਚੁਰਲ ਗਰੋਥ ਰੇਟ। ਇਹ ਸੌਖਾ ਕੰਸੈਪਟ ਹੈ। ਨੈਚੁਰਲ ਗਰੋਥ ਰੇਟ ਕਾਹਦੇ ਨਾਲ ਡਿਟਰਮਿਨ ਕਰਦੇ ਹਾਂ? ਨੈਚੁਰਲ ਕੰਡੀਸ਼ਨਸ, ਜਿੱਦਾਂ ਲੇਬਰ ਫੋਰਸ ਹੋ ਗਈ, ਨੈਚੁਰਲ ਰਿਸੋਰਸਿਸ ਆ, ਟੈਕਨੀਕਲ ਨੌਲੇਜ ਆ, ਕੈਪੀਟਲ ਇਕਵਿਪਮੈਂਟ ਆ, ਇਹ ਸਾਰੀਆਂ ਚੀਜ਼ਾਂ ਕਿਹਦੇ ਨਾਲ ਜੁੜ ਜਾਂਦੀਆਂ? ਰਿਸੋਰਸਿਸ ਦੇ ਨਾਲ। ਆਪਣੇ ਕੋਲ ਪੈਸਾ ਕਿੰਨਾ ਆ, ਆਪਣੇ ਕੋਲ ਲੇਬਰ ਕਿੰਨੀ ਆ, ਆਪਣੇ ਕੋਲ ਸਟਾਕ ਕਿੰਨਾ ਪਿਆ, ਆਪਣੇ ਕੋਲ ਟੈਕਨੋਲੋਜੀ ਕਿਹੋ ਜਿਹੀ ਆ, ਇਹ ਸੀਲਿੰਗ ਲਾਉਂਦੀਆਂ ਆ ਜਿਹੜੀ ਵੀ ਆਪਾਂ ਗਰੋਥ ਹਾਸਲ ਕਰਨੀ ਚਾਹੁੰਦੇ ਆ। ਇਹਨਾਂ ਦੀ ਐਕਸਪੈਂਸ਼ਨ ਤੋਂ ਬਗੈਰ ਇਹਨਾਂ ਦੀ ਲਿਮਿਟ ਤੇ ਅੱਗੇ ਆਊਟਪੁੱਟ ਨੂੰ ਵਧਾਉਣਾ ਬਹੁਤ ਔਖਾ ਹੋ ਜਾਂਦਾ ਹੈ। ਜੇ ਤੁਹਾਡੇ ਕੋਲ ਲੇਬਰ ਹੈਗੀ ਆ 10 ਬੰਦੇ ਤੇ ਤੁਸੀਂ 10 ਬੰਦਿਆਂ ਦੇ ਨਾਲ ਇੱਕ ਲਿਮਿਟਿਡ ਜਗ੍ਹਾ ਤੱਕ ਆਊਟਪੁੱਟ ਵਧਾ ਸਕਦੇ ਹੋ। 10 ਬੰਦਿਆਂ ਕੋ 15 ਬੰਦਿਆਂ ਦਾ ਕੰਮ ਲੈ ਲਓਗੇ, ਪਰ ਜੇ ਤੁਸੀਂ ਕਹੋ 10 ਬੰਦਿਆਂ ਤੋਂ 100 ਬੰਦੇ ਦਾ ਕੰਮ ਲੈ ਲਓਗੇ ਤਾਂ ਉਹ ਪੋਸੀਬਲ ਨਹੀਂ। ਇੱਕ ਲਿਮਿਟ ਤੱਕ ਤੁਸੀਂ ਵਧਾ ਸਕਦੇ ਹੋ ਪਰ ਉਸ ਤੋਂ ਅੱਗੇ ਫਿਜ਼ੀਬਲ ਨਹੀਂ ਹੁੰਦਾ। ਇਸ ਲਿਮਿਟ ਨੂੰ ਕਹਿੰਦੇ ਆ ਫੁੱਲ ਇੰਪਲਾਇਮੈਂਟ ਸੀਲਿੰਗ। ਫੁੱਲ ਇੰਪਲਾਇਮੈਂਟ ਸੀਲਿੰਗ ਯਾਦ ਰੱਖਿਓ, ਇਹ ਵੀ UC ਵਿੱਚ ਆ ਜਾਂਦਾ। ਫੁੱਲ ਇੰਪਲਾਇਮੈਂਟ ਸੀਲਿੰਗ ਦਾ ਕੰਸੈਪਟ ਕੀ ਆ? ਅੱਛਾ, ਹੁਣ ਨੈਚੁਰਲ ਗਰੋਥ ਰੇਟ ਹੁੰਦਾ ਕੀ ਹੈ?
ਨੈਚੁਰਲ ਗਰੋਥ ਰੇਟ ਇੱਕ ਇਹੋ ਜਿਹੀ ਗਰੋਥ ਰੇਟ ਆ ਜਿਹਦੇ ਵਿੱਚ ਇਕੋਨਮੀ ਆਪਣੇ ਅਵੇਲੇਬਲ ਰਿਸੋਰਸਿਸ ਦੇ ਨਾਲ ਗਰੋਥ ਰੇਟ ਹਾਸਲ ਕਰ ਸਕਦੀ। ਜਿੰਨੀ ਗਰੋਥ ਰੇਟ ਹਾਸਲ ਕਰ ਸਕਦੀ ਆ ਇਕੋਨਮੀ ਆਪਣੇ ਲਿਮਿਟਿਡ ਰਿਸੋਰਸਿਸ ਦੇ ਨਾਲ, ਉਹਨੂੰ ਕਹਿੰਦੇ ਆ ਨੈਚੁਰਲ ਗਰੋਥ ਰੇਟ। ਬਾਕੀ ਦੋਨਾਂ ਦੇ ਵਿੱਚ ਆਪਾਂ ਪੜ੍ਹਿਆ GC ਇਜ਼ ਇਕੁਅਲ ਟੂ ਐਸ, GWCR ਇਜ਼ ਇਕੁਅਲ ਟੂ ਐਸ, ਪਰ ਇਹਦੇ ਵਿੱਚ ਹੈਗਾ GNCR, ਇਕੁਅਲ ਟੂ ਔਰ ਨਾਟ ਇਕੁਅਲ ਟੂ ਐਸ, ਇਕੁਅਲ ਟੂ ਔਰ ਨਾਟ ਇਕੁਅਲ ਟੂ ਐਸ। ਜ਼ਰੂਰੀ ਨਹੀਂ ਆ ਇਹ ਸੇਵਿੰਗ ਇਨਕਮ ਰੇਸ਼ੋ ਦੇ ਬਰਾਬਰ ਹੀ ਹੋਵੇ, ਉਹਦੇ ਬਰਾਬਰ ਵੀ ਹੋ ਸਕਦੀ ਆ, ਨਹੀਂ ਵੀ ਬਰਾਬਰ ਹੋ ਸਕਦੀ, ਇਹਦੀ ਕੰਡੀਸ਼ਨ। ਅੱਛਾ, ਉਸ ਤੋਂ ਬਾਅਦ ਹੁਣ ਦੋ ਚੀਜ਼ਾਂ ਤੁਸੀਂ ਪੜ੍ਹਨੀਆਂ, ਇੰਟਰੈਕਸ਼ਨ ਜਿਹੜੀ ਤੁਹਾਡੀ ਇਹਦੇ ਵਿੱਚ ਨਿਕਲ ਕੇ ਆਣੀ ਆ, ਇੰਟਰੈਕਸ਼ਨ। ਹਾਂਜੀ, ਜਿਹੜਾ ਇਹਦਾ ਹੈਰਡ ਦਾ ਮਾਡਲ ਇੱਥੇ ਖਤਮ ਹੋਣਾ। ਤੁਸੀਂ ਤਿੰਨ ਚੀਜ਼ਾਂ ਪੜ੍ਹੀਆਂ, GW ਤੇ GN। ਜਿਹੜਾ GW ਤੇ GN ਆ, ਇਹ ਆਪਸ 'ਚ ਬਰਾਬਰ ਹੋਣਗੇ ਤੇ ਸਟੱਡੀ ਗਰੋਥ ਰੇਟ ਅਚੀਵ ਹੋਏਗੀ। ਜੇ ਆਪਸ 'ਚ ਨਹੀਂ ਬਰਾਬਰ ਤੇ ਸਟੱਡੀ ਗਰੋਥ ਕਦੀ ਵੀ ਅਚੀਵ ਨਹੀਂ ਹੁੰਦੀ। ਇਹਦਾ ਮਤਲਬ ਇਹ ਹੋਇਆ, ਹੁਣ ਇੰਟਰੈਕਸ਼ਨ ਕੀ ਆ? ਸਭ ਤੋਂ ਪਹਿਲਾਂ ਇਹਦੇ 'ਚ ਇੰਟਰੈਕਸ਼ਨ 'ਚ ਪੁਆਇੰਟ ਹੈਗਾ GN ਗ੍ਰੇਟਰ ਦੈਨ GW, GN ਗ੍ਰੇਟਰ ਦੈਨ GW। ਜੇ GN ਗ੍ਰੇਟਰ ਆ ਤੇ GW ਘੱਟ ਆ, ਦੇਖੋ ਨੈਚੁਰਲ ਗਰੋਥ ਰੇਟ ਆਪਣੇ ਆਪ ਹੀ ਗਰੰਟਡ ਗਰੋਥ ਰੇਟ ਨਾਲੋਂ ਜ਼ਿਆਦਾ ਹੈ। ਆਪਾਂ ਐਕਸਪੈਕਟ ਕੁਛ ਕਰਦੇ ਆ, ਪਰ ਆਪਾਂ ਨੂੰ ਪਹਿਲਾਂ ਹੀ ਉਹਦੇ ਨਾਲੋਂ ਜ਼ਿਆਦਾ ਗਰੋਥ ਰੇਟ ਮਿਲ ਚੁੱਕੀ ਹੈ। ਨੈਚੁਰਲ ਗਰੋਥ ਰੇਟ ਗਰੰਟਡ ਗਰੋਥ ਰੇਟ ਨਾਲੋਂ ਜ਼ਿਆਦਾ ਹੈ। ਇੱਕ ਛੋਟਾ ਜਿਹਾ ਕੰਸੈਪਟ ਯਾਦ ਰੱਖੋ, ਜਿਹੜੀ ਨੈਚੁਰਲ ਗਰੋਥ ਰੇਟ ਆ ਇਹ ਡੀਲ ਕਿਹਨੂੰ ਕਰਦੀ ਆ? ਮੈਂ ਸਿੰਪਲ ਗੱਲ ਕਰਦਾ, ਇੰਪਲਾਇਮੈਂਟ ਨੂੰ, ਲੇਬਰ ਫੋਰਸ ਨੂੰ। ਉਹ ਲਿਖਿਆ ਸੀ ਨਾ ਉੱਪਰ ਲੇਬਰ ਫੋਰਸ, GN ਦਾ ਮਤਲਬ ਇੰਪਲਾਇਮੈਂਟ। ਮੈਂ ਲੇਮੈਨ ਲੈਂਗੁਏਜ ਇੱਕ ਛੋਟਾ ਜਿਹਾ ਕੰਸੈਪਟ ਸਮਝਾਉਣ ਲੱਗਾ। ਤੇ GW ਕਿਹਨੂੰ ਰਿਪਰੈਜ਼ੈਂਟ ਕਰਦੀ ਹੈ? ਫੁੱਲ ਕੈਪੈਸਿਟੀ, ਯਾਨੀ ਕਿ ਆਊਟਪੁੱਟ ਨੂੰ। ਇਹ ਪਹਿਲੇ ਮੈਂ ਤੁਹਾਨੂੰ ਗੱਲ ਕਰਦੀ। ਹੁਣ ਇੰਪਲਾਇਮੈਂਟ, ਫੁੱਲ ਇੰਪਲਾਇਮੈਂਟ ਜ਼ਿਆਦਾ ਹੈ, ਯਾਨੀ ਕਿ ਲੋਕਾਂ ਨੂੰ ਕੰਮ ਜ਼ਿਆਦਾ ਨੂੰ ਮਿਲ ਗਿਆ, ਪਰ ਪ੍ਰੋਡਕਸ਼ਨ ਕਪੈਸਿਟੀ ਉਹਦੇ ਨਾਲੋਂ ਘੱਟ ਆ। ਪ੍ਰੋਡਕਟਿਵ ਕਪੈਸਿਟੀ GW ਨੂੰ ਕਿਹਾ ਆਪਾਂ, ਫੁੱਲ ਕਪੈਸਿਟੀ ਉਹਦੇ ਨਾਲੋਂ ਘੱਟ ਆ। ਹੁਣ ਲੇਬਰ ਫੋਰਸ ਨੂੰ ਕੰਮ ਜ਼ਿਆਦਾ ਨੂੰ ਮਿਲ ਗਿਆ, ਪਰ ਫੁੱਲ ਕਪੈਸਿਟੀ ਉਹਦੇ ਨਾਲੋਂ ਘੱਟ ਆ। ਹੁਣ ਜਦੋਂ ਲੇਬਰ ਨੂੰ ਕੰਮ ਮਿਲੂਗਾ, ਉਹਨਾਂ ਨੂੰ ਇਨਕਮ ਮਿਲੂਗੀ ਤੇ ਵੀ ਉਹਨਾਂ ਨੂੰ ਕੀ ਹੋਊਗਾ? ਡਿਮਾਂਡ ਕ੍ਰੀਏਟ ਹੋਏਗੀ। ਡਿਮਾਂਡ ਕ੍ਰੀਏਟ ਹੋਣਗੀ ਤੇ ਸਾਰੇ ਜਾਣੇ ਬਾਜ਼ਾਰਾਂ ਦੇ ਵਿੱਚ ਜਾ ਕੇ ਕੰਜ਼ੰਪਸ਼ਨ ਕਰਨਗੇ ਤੇ ਡਿਮਾਂਡ ਕਿਸੇ ਪ੍ਰੋਡਕਟਸ ਦੀਆਂ ਜ਼ਿਆਦਾ ਕਰਨਗੇ। ਪਰ ਡਿਮਾਂਡ ਜ਼ਿਆਦਾ ਕੀਤੀ ਆ, ਪਰ ਫੁੱਲ ਕਪੈਸਿਟੀ ਕਰਕੇ ਉਹਦੀ ਪ੍ਰੋਡਕਸ਼ਨ ਘੱਟ ਆ। ਡਿਮਾਂਡ ਜ਼ਿਆਦਾ ਹੋ ਗਈ, ਸਪਲਾਈ ਘੱਟ ਗਈ। ਡਿਮਾਂਡ ਜ਼ਿਆਦਾ, ਸਪਲਾਈ ਘੱਟ। ਖਾਣ ਵਾਲੇ 15 ਤੇ ਸਮੋਸੇ 5, ਹਫੜਾ ਦਫੜੀ ਦੇ ਨਾਲੇ ਉਹਨੇ ਰੇਟ ਵਧਾ ਦੇਣੇ। ਇਹਦਾ ਮਤਲਬ ਜਦੋਂ ਡਿਮਾਂਡ ਜ਼ਿਆਦਾ ਹੋਊਗੀ, ਸਪਲਾਈ ਘੱਟ ਹੋਊਗੀ, ਆਪਾਂ ਕੀ ਕਰਾਂਗੇ? ਪ੍ਰਾਈਸਿਸ ਰਾਈਜ਼ ਹੋਣਗੇ। ਇਕੋਨਮੀ 'ਚ ਪ੍ਰਾਈਸਿਸ ਰਾਈਜ਼ ਹੋਣਗੇ ਤੇ ਕਿਹੜਾ ਟ੍ਰੈਂਡ ਮਿਲੇਗਾ ਆਪਾਂ ਨੂੰ? ਇਨਫਲੇਸ਼ਨਰੀ ਟ੍ਰੈਂਡ। ਹੁਣ ਇਨਫਲੇਸ਼ਨਰੀ ਟ੍ਰੈਂਡ ਆ ਗਿਆ। ਹੁਣ ਦੇਖੋ GN ਜੇ ਜ਼ਿਆਦਾ ਹੋਏਗੀ, GW ਘੱਟ ਹੋਏਗੀ ਤੇ ਨੈਚੁਰਲੀ ਜਿਹੜੀ ਆਪਣੀ ਗਰੋਥ ਰੇਟ ਆ, ਐਕਚੁਅਲ ਗਰੋਥ ਰੇਟ ਉੱਪਰ ਨੂੰ ਜਾਣੀ ਸ਼ੁਰੂ ਹੋ ਜਾਏਗੀ। ਇੱਕ ਛੋਟਾ ਜਿਹਾ ਸਿੰਬਲ ਯਾਦ ਰੱਖਿਓ, ਜਿੱਧਰ ਨੂੰ GN ਜਾਂਦਾ ਹੈ ਨਾ, ਨੈਚੁਰਲ ਗਰੋਥ ਰੇਟ, ਉਧਰ ਹੀ G ਨੇ ਮੂਵ ਕਰਨਾ ਹੈ। ਖਿਆਲ ਰੱਖਿਓ, ਜਿੱਧਰ GN ਜਾਊਗਾ ਉਧਰ ਹੀ ਗਰੋਥ ਰੇਟ ਮੂਵ ਕਰਨਾ। ਇੱਥੇ GN ਉੱਪਰ ਨੂੰ ਜਾਂਦਾ ਤੇ ਗਰੋਥ ਰੇਟ ਉੱਪਰ ਨੂੰ ਮੂਵ ਕਰੂਗਾ। ਜੇ GN ਥੱਲੇ ਜਾਊਗਾ ਤੇ ਗਰੋਥ ਰੇਟ ਨੀਚੇ ਨੂੰ ਜਾਊਗਾ। ਕਿਉਂਕਿ ਨੈਚੁਰਲ ਫੈਕਟਰਸ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਤੁਹਾਡੇ ਕੋਲ ਹੈ ਕਿ ਉਹਦੀ ਚਾਦਰ ਤੁਹਾਡੀ ਕਿਹਨੂੰ ਰਿਪਰੈਜ਼ੈਂਟ ਕਰਦਾ? GN ਨੂੰ। ਚਾਦਰ ਦਾ ਮਤਲਬ ਆਪਣੇ ਕੋਲ ਰਿਸੋਰਸਿਸ ਕਿੰਨੇ ਆ, ਆਪਣੇ ਕੋਲ ਇਕੋਨਮੀ ਕਿੰਨੀ ਫੈਲ ਸਕਦੀ ਆ, ਉਹ ਕੌਣ ਆ? GN। ਤੇ GW ਕੀ ਆ? ਇੱਕ ਆਰਬਿਟਰੇਰੀ ਸੋਚ ਆ ਕਿ ਆਪਾਂ ਨੂੰ ਇੰਨਾ ਕੁਛ ਚਾਹੀਦਾ, ਐਕਸਪੈਕਟਡ ਆ। ਕਲੀਅਰ ਆ? ਹੁਣ ਸੈਕੰਡ ਪੁਆਇੰਟ, GW ਗ੍ਰੇਟਰ ਦੈਨ GN। ਹੁਣ ਐਕਸਪੈਕਟਡ ਜ਼ਿਆਦਾ ਹੋ ਗਈ ਆ, ਜਿਹੜੀ ਨੈਚੁਰਲ ਗਰੋਥ ਰੇਟ ਉਹ ਘੱਟ ਆ। ਨੈਚੁਰਲ ਦਾ ਮਤਲਬ ਮੈਂ ਤੁਹਾਨੂੰ ਹੁਣੇ ਸਮਝਾਇਆ ਸੀ ਕੀ ਆ? ਲੇਬਰ ਦੀ, ਯਾਨੀ ਕਿ ਇੰਪਲਾਇਮੈਂਟ, ਪੂਰੀ ਇੰਪਲਾਇਮੈਂਟ ਘੱਟ ਆ। ਉਹਨੇ ਕਿਹਾ ਸੀ ਨਾ ਲੇਬਰ ਫੋਰਸ ਜਿਹੜੀ ਇੰਪਲਾਇਡ ਆ ਉਹ ਘੱਟ ਆ। ਮੈਂ ਸਿੰਪਲ ਲੇਮੈਨ ਲੈਂਗੁਏਜ ਦੀ ਗੱਲ ਕਰਦਾ। ਤੇ ਜਿਹੜੀ GW ਆ ਐਕਸਪੈਕਟਡ, ਉਹ ਜ਼ਿਆਦਾ ਹੈ। ਹੁਣ ਬਈ GW ਫੁੱਲ ਕਪੈਸਿਟੀ ਕਹਿੰਦੀ ਆ ਕਿ ਗਰੋਥ ਜ਼ਿਆਦਾ ਹੋਣੀ ਚਾਹੀਦੀ ਆ, ਪਰ ਲੇਬਰ ਫੋਰਸ ਉਨੀ ਨੂੰ ਕੰਮ ਨਹੀਂ ਮਿਲਦਾ ਪਿਆ। ਫੁੱਲ ਕਪੈਸਿਟੀ ਦਾ ਮਤਲਬ ਹੋ ਗਿਆ ਸਪਲਾਈ ਤੇ ਜ਼ਿਆਦਾ ਹੈ। ਜੇ ਇਕੋਨਮੀ ਦੇ ਵਿੱਚ ਫੁੱਲ ਕਪੈਸਿਟੀ ਦੇ ਕੰਮ ਹੋਊਗਾ ਤੇ ਸਪਲਾਈ ਵੱਧ ਜੂਗੀ, ਪਰ ਲੋਕਾਂ ਕੋਲ ਕੰਮ ਹੀ ਨਹੀਂ ਹੈਗਾ GN ਕਰਕੇ। GN ਨੇ ਲਿਮੀਟੇਸ਼ਨ ਲਾਤੀ, ਉਹਨੂੰ ਕੰਮ ਨਹੀਂ ਦਿੱਤਾ। ਹੁਣ GN ਘਟ ਗਈ, ਫੁੱਲ ਕਪੈਸਿਟੀ ਵੱਧ ਗਈ, ਸਪਲਾਈ ਵੱਧ ਗਈ,
ਪਰ ਲੋਕਾਂ ਕੋਲ ਕੰਮ ਹੈ ਨਹੀਂ, ਇਹਦਾ ਮਤਲਬ ਉਹਨਾਂ ਦੀ ਇਨਕਮ ਘੱਟ ਹੋਊਗੀ, ਇਨਕਮ ਘੱਟ ਹੋਊਗੀ ਡਿਮਾਂਡ ਘੱਟ ਹੋਊਗੀ। ਹੁਣ ਸਪਲਾਈ ਜ਼ਿਆਦਾ ਡਿਮਾਂਡ ਘੱਟ, ਸਪਲਾਈ ਜ਼ਿਆਦਾ ਡਿਮਾਂਡ ਘੱਟ ਕੀ ਹੋਊਗੀ, ਕੀ ਆਊਗਾ, ਇਕੋਨਮੀ 'ਚ ਰਿਸੈਸ਼ਨ ਆਊਗਾ, ਪ੍ਰਾਈਸਿਸ ਡਿੱਗ ਜਾਣਗੇ, ਡਿਫਲੇਸ਼ਨ ਵਾਲੀ ਟੈਂਡੈਂਸੀ ਸ਼ੁਰੂ ਹੋ ਜਾਏਗੀ। ਇਹ ਜਿਹੜਾ ਕੰਸੈਪਟ ਆ ਇਹਨੂੰ ਕਹਿੰਦੇ ਪਏ ਆਪਾਂ, ਇਹਦੇ 'ਚ ਸ਼ਾਇਦ ਇੱਕ ਜਗ੍ਹਾ ਤੇ ਤੁਸੀਂ ਲਿਖਿਆ ਵੀ ਪੜ੍ਹਿਆ ਹੋਗੇ, ਆ ਦੇਖੋ, there is growth of unused capacity of capital and employment continues to fall। unused capacity ਜਿਹੜੀ ਯੂਜ਼ ਹੀ ਨਹੀਂ ਹੁੰਦੀ, ਇਹਦੇ ਨਾਲ ਤੁਹਾਡਾ ਹੈਰਡ ਮਾਡਲ ਖਤਮ ਹੋ ਗਿਆ ਹੈ। ਹੁਣ ਤੁਹਾਡਾ ਮੈਂ ਮੰਡੇ ਨੂੰ ਕਰਾਊਂਗਾ ਡੋਮਰ ਮਾਡਲ। ਐਤਕੀ ਤੁਹਾਡਾ ਸੈਟਰਡੇ ਟੈਸਟ ਤਾਂ ਨਹੀਂ, ਕਿਉਂਕਿ ਅੱਜ ਛੁੱਟੀ ਸੀ, ਇਸ ਕਰਕੇ ਤੁਹਾਡਾ ਲੈਕਚਰ ਨਹੀਂ ਪਾਇਆ ਸੀ। ਹੁਣ ਤੁਹਾਡਾ ਕੱਲ੍ਹ ਇਹ ਵਾਲਾ ਲੈਕਚਰ ਆ ਜਾਣਾ ਅੱਜ ਦੇ ਲਈ, ਯਾਨੀ ਕਿ ਜਿਹੜਾ ਤੁਸੀਂ ਸੁਣਦੇ ਪਏ ਹੋਵੋਗੇ। ਸੈਟਰਡੇ ਤੁਹਾਡਾ ਲੈਕਚਰ ਡੋਮਰ ਹੈਰਡ ਦਾ ਜਾਣਾ, ਮੰਡੇ ਨੂੰ ਮੈਂ ਤੁਹਾਨੂੰ ਡੋਮਰ ਦਾ ਕੰਸੈਪਟ ਸ਼ੁਰੂ ਕਰਾਂਗਾ। ਇਹਦੇ ਨਾਲ ਤੁਹਾਡਾ ਜਿਹੜਾ ਹੈਰਡ ਮਾਡਲ ਆ ਉਹ ਤੇ ਹੋ ਗਿਆ ਖਤਮ। ਹੁਣ ਸ਼ੁਰੂ ਕਰਾਂਗੇ ਆਪਾਂ ਡੋਮਰ ਮਾਡਲ। ਥੈਂਕ ਯੂ।